ਸਮਾਂ ਪਾ ਕੇ ਇੱਕ ਦਿਨ ਐਸਾ ਹੋਇਆ ਕਿ ਅੱਗੇ ਤਾਂ ਹਰ ਰੋਜ਼ ਵੇਈ ਨਦੀ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇੱਕ ਦਿਨ ਐਸਾ ਆਇਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਮ੍ਰਿਤ ਵੇਲੇ ਵੇਈ ਨਦੀ ਦੇ ਅੰਦਰ ਇਸ਼ਨਾਨ ਕਰਨ ਦੇ ਲਈ ਗਏ ਤੇ ਨਾਲ ਉਹਨਾਂ ਦੇ ਭਾਈ ਭਗੀਰਥ ਜੀ, ਜਿਨ੍ਹਾਂ ਦਾ ਨਗਰ ਵੀ ਉੱਥੇ ਲਾਗੇ ਹੀ ਹੈ। ਇਹ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਹੁਤ ਪ੍ਰੇਮੀ ਗੁਰਸਿੱਖ ਹੋਇਆ ਹੈ, ਜਿਸ ਦਾ ਇਤਿਹਾਸ ਦੇ ਅੰਦਰ ਵੀ ਔਰ ਭਾਈ ਗੁਰਦਾਸ ਜੀ ਨੇ ਵੀ ਵਾਰ-ਵਾਰ ਜ਼ਿਕਰ ਕੀਤਾ ਹੈ। ਸੋ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਵੇਈ ਨਦੀ ਦੇ ਅੰਦਰ ਪ੍ਰਵੇਸ਼ ਹੋਏ, ਆਪਣੇ ਜਿਹੜੇ ਵਸਤਰ ਸਨ ਉਹਨਾਂ ਨੂੰ ਭਾਈ ਭਗੀਰਥ ਜੀ ਨੂੰ ਫੜਾ ਕਰਕੇ ਆਪ ਜੀ ਜਦੋਂ ਵੇਈ ਨਦੀ ਦੇ ਅੰਦਰ ਪ੍ਰਵੇਸ਼ ਹੋਏ, ਅੱਗੇ ਤਾਂ ਇਸ਼ਨਾਨ ਕਰਕੇ ਬਾਹਰ ਆ ਜਾਇਆ ਕਰਦੇ ਸਨ, ਪਰ ਉਸ ਦਿਨ ਇੱਕ ਵੱਖਰਾ ਹੀ ਕੌਤਕ ਹੋਇਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਈ ਨਦੀ ਦੇ ਪ੍ਰਵੇਸ਼ ਤੋਂ ਬਾਅਦ ਬਾਹਰ ਨਹੀਂ ਆਏ। ਭਾਵ ਆਪਣਾ ਜਿਹੜਾ ਸਰੀਰ ਸੀ ਉਸ ਨੂੰ ਅਲੋਪ ਕਰ ਲਿਆ ਤੇ ਆਪ ਜੀ ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ ਆਪ ਜੀ ਗਏ। ਸੱਚਖੰਡ ਸਾਹਿਬ ਵਿਖੇ ਜਾ ਕਰਕੇ ਆਪ ਜੀ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ, ਚਾਹੇ ਆਪ ਜੀ ਜਨਮ ਤੋਂ ਲੈ ਕੇ ਗੁਰੂ ਸਨ, ਕਿਉਂਕਿ ਜਿਹੜਾ ਗੁਰੂ ਹੁੰਦਾ ਹੈ ਉਸ ਨੂੰ ਉਸਤਾਦ ਧਾਰਨ ਕਰਨ ਦੀ ਲੋੜ ਨਹੀਂ ਹੁੰਦੀ। ਜਿੰਨੇ ਵੀ ਪੀਰ ਪੈਗੰਬਰ ਅਵਤਾਰ ਔਲੀਏ ਆਏ ਨੇ, ਉਹਨਾਂ ਨੇ ਸੰਸਾਰ ਦੇ ਉੱਪਰ ਆ ਕਰਕੇ ਗੁਰੂ ਜ਼ਰੂਰ ਧਾਰਨ ਕੀਤਾ ਹੈ। ਤੇ ਜਦੋਂ ਪਰਮੇਸ਼ਰ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੇਨਤੀ ਸੁਣੀ ਕਿ ਮੈਂ ਆਪ ਜੀ ਨੂੰ ਗੁਰੂ ਧਾਰਨ ਦੇ ਲਈ ਆਪ ਜੀ ਦੇ ਪਾਸ ਸੱਚਖੰਡ ਸਾਹਿਬ ਵਿਖੇ ਆਇਆ ਹਾਂ, ਤੇ ਪਰਮੇਸ਼ਰ ਨੇ ਆਖਿਆ ਕਿ ਤੁਹਾਨੂੰ ਤਾਂ ਅਸੀਂ ਸ਼ੁਰੂ ਤੋਂ ਗੁਰੂ ਬਣਾ ਕੇ ਸੰਸਾਰ ਤੇ ਭੇਜਿਆ ਹੈ, ਤੁਸੀਂ ਕੋਈ ਸਾਡੇ ਤੋਂ ਵੱਖਰੇ ਨਹੀਂ, ਆਪ ਨਾਰਾਇਣ ਕਲਾ ਧਾਰ ਹੋ। ਤਾਂ ਉਸ ਵੇਲੇ ਕਿਹਾ ਕਿ ਠੀਕ ਹੈ, ਪਰ ਫਿਰ ਵੀ ਜਿਹੜੀ ਸੰਸਾਰ ਦੀ ਰੀਤੀ ਹੈ ਕਿ ਜਿਹੜਾ ਕੋਈ ਉਪਦੇਸ਼ ਹੈ ਉਹ ਪਹਿਲਾਂ ਗੁਰੂ ਤੋਂ ਪ੍ਰਾਪਤ ਕਰਕੇ ਹੀ ਫਿਰ ਅੱਗੇ ਦਿੱਤਾ ਜਾਂਦਾ ਹੈ। ਤੇ ਉਸ ਵੇਲੇ ਫਿਰ ਕਿਉਂਕਿ ਇਹ ਸੰਸਾਰ ਦੀ ਰੀਤੀ ਹੈ ਕਿ ਗੁਰੂ ਧਾਰਨ ਕਰਕੇ ਫਿਰ ਹੀ ਅੱਗੇ ਜਿਹੜਾ ਮੰਤਰ ਹੈ ਜਾਂ ਜਿਹੜੀ ਵਿੱਦਿਆ ਹੈ ਉਹ ਪੜ੍ਹਾਈ ਜਾ ਸਕਦੀ ਹੈ। ਤੇ ਸੰਸਾਰ ਦੀ ਰੀਤੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਦਾਂ ਹੀ ਕਾਇਮ ਰੱਖਣਾ ਚਾਹੁੰਦੇ ਸਨ। ਇਸ ਲਈ ਬੇਨਤੀ ਕੀਤੀ ਕਿ ਹੇ ਪਰਮੇਸ਼ਰ ਵਾਹਿਗੁਰੂ ਜੀਓ, ਮੈਨੂੰ ਉਪਦੇਸ਼ ਦੇਵੋ ਜਿਹੜਾ ਮੈਂ ਆਪਣੇ ਗੁਰਸਿੱਖਾਂ ਨੂੰ ਅੱਗੇ ਦੇ ਸਕਾਂ। ਤਾਂ ਉਸ ਵੇਲੇ ਜਿਹੜਾ ਮਹਾ ਮੰਤਰ ਹੈ, ਜਿਹੜਾ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ, ਇਹ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਮੰਤਰ ਦਿੱਤਾ। ਤੇ ਉਸ ਤੋਂ ਬਾਅਦ ਇਸ ਪ੍ਰਕਾਰ ਦਾ ਵਿਲੱਖਣ ਜਿਹੜਾ ਹੈ ਇਹ ਮੰਤਰ ਸੁਣ ਕਰਕੇ ਗੁਰੂ ਜੀ ਨੇ ਇਹ ਮੁਖ ਤੋਂ ਬਚਨ ਉਚਾਰੇ ਕਿ ਜਪ, ਕਿ ਇਸ ਮੰਤਰ ਨੂੰ ਜਪਣਾ ਕਰੋ, ਜਿਹੜਾ ਕੈਸਾ ਪਰਮੇਸ਼ਰ ਵਾਹਿਗੁਰੂ ਹੈ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਜਿਹੜੇ ਬਚਨ ਨੇ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ ਖੜੇ ਹੋ ਕੇ ਉਚਾਰਨ ਕੀਤੇ। ਤੇ ਉਸ ਵੇਲੇ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਬਚਨ ਆਖੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ, ਇਹ ਅਸੀਂ ਤੁਹਾਨੂੰ ਗੁਰਪ੍ਰਸਾਦ ਤੱਕ ਮਹਾ ਮੰਤਰ ਦਿੱਤਾ ਹੈ, ਤੁਸੀਂ ਅੱਗੇ ਆਪਣੇ ਗੁਰਸਿੱਖਾਂ ਨੂੰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਇਹ ਜਿਹੜਾ ਮੂਲ ਮੰਤਰ ਹੈ ਇਹ ਜਪਣ ਵਾਸਤੇ ਦੇਣਾ ਹੈ।